ਡੀਅਰ ਸਟੂਡੈਂਟਸ, ਅੱਜ ਦੇ ਲੈਕਚਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਜਿਹੜਾ ਪਿੱਛੇ ਲੈਕਚਰ ਅਸੀਂ ਪੜਿਆ ਉਹਨੂੰ ਅਸੀਂ ਫਰਦਰ ਕੰਟੀਨਿਊ ਕਰਾਂਗੇ। ਅੱਜ ਦੇ ਲੈਕਚਰ ਦੇ ਵਿੱਚ ਅਸੀਂ EMF ਤੇ ਪੋਟੈਂਸ਼ੀਅਲ ਡਿਫਰੈਂਸ, ਇਹਨਾਂ ਵਿੱਚ ਡਿਫਰੈਂਸ ਕੀ ਹੈ, ਇੱਕ ਤੇ ਆਪਾਂ ਇਹਦੇ ਬਾਰੇ ਸਟੱਡੀ ਕਰਨਾ ਹੈ। ਇਹਨਾਂ ਦੋਨਾਂ ਦੇ ਵਿੱਚ ਇੱਕ ਰਿਲੇਸ਼ਨ ਹੈ ਜਿਹਨੂੰ ਅਸੀਂ ਡਰਾਈਵ ਕਰਾਂਗੇ ਤੇ ਨਾਲ ਦੇ ਨਾਲ ਬੈਟਰੀ ਨੂੰ ਕਿਸ ਤਰ੍ਹਾਂ ਚਾਰਜ ਕੀਤਾ ਜਾ ਸਕਦਾ ਹੈ, ਬੈਟਰੀ ਕਿਸ ਤਰ੍ਹਾਂ ਕਰੰਟ ਸਪਲਾਈ ਕਰਦੀ ਹੈ, ਕਿਸ ਤਰ੍ਹਾਂ ਉਹਦੀ ਡਿਸਚਾਰਜਿੰਗ ਹੁੰਦੀ ਹੈ ਤੇ ਹਾਊ ਵੀ ਕੈਨ ਚਾਰਜ ਦਾ ਬੈਟਰੀ। ਇਹ ਸਾਰਾ ਕੁਝ ਅੱਜ ਦੇ ਟੌਪਿਕ ਦੇ ਵਿੱਚ ਆਪਾਂ ਡਿਸਕਸ ਕਰਨਾ ਹੈ। ਨਾਓ ਸਭ ਤੋਂ ਪਹਿਲਾਂ ਇਹ ਦੋ ਡਾਇਗਰਾਮਸ ਬਣਾਈਆਂ ਇਹਨਾਂ ਨੂੰ ਅਸੀਂ ਧਿਆਨ ਨਾਲ ਸਮਝਦੇ ਹਾਂ। ਇਹ ਸਾਡੇ ਕੋਲ ਹੋ ਗਿਆ ਇੱਕ ਸੈੱਲ ਦੇ ਨਾਲ ਅਸੀਂ ਇੱਕ ਵਾਇਰ ਅਟੈਚ ਕੀਤੀ ਹੈ, ਨਾਲ ਇੱਕ ਅਸੀਂ ਐਕਸਟਰਨਲ ਰੈਜ਼ਿਸਟੈਂਸ ਲਗਾ ਦਿੱਤਾ R, ਜਿਹਨੂੰ ਇਹਨੇ ਸਪਲਾਈ ਦੇਣੀ ਹੈ। ਅੱਗੇ ਹੈਗੀ ਆ ਕੀ ਇਸ ਸਰਕਟ ਨੂੰ ਓਪਨ ਕਰਨ ਵਾਸਤੇ ਜਾਂ ਬ੍ਰੇਕ ਕਰਨ ਵਾਸਤੇ ਇਹ ਕੀ ਹੈ। ਫਿਰ ਵਾਇਰ ਨਾਓ ਦਿਸ ਇਜ਼ ਦਾ ਇੰਟਰਨਲ ਰੈਜ਼ਿਸਟੈਂਸ ਆਫ ਦਾ ਸੈੱਲ। ਪਿਛਲੇ ਲੈਕਚਰ 'ਚ ਮੈਂ ਇਹਦੇ ਬਾਰੇ ਡਿਸਕਸ ਕਰ ਚੁੱਕਾ ਹਾਂ ਕਿ ਜਦੋਂ ਵੀ ਕਰੰਟ ਸੈੱਲ ਦੇ ਅੰਦਰੋਂ ਲੰਘਦਾ ਹੈ, ਪਹਿਲਾਂ ਕਰੰਟ ਆਇਆ ਪੋਜ਼ਿਟਿਵ ਟੂ ਨੈਗੇਟਿਵ ਆਏਗਾ, ਉਸ ਤੋਂ ਬਾਅਦ ਜਦੋਂ ਕਰੰਟ ਸੈੱਲ ਦੇ ਅੰਦਰੋਂ ਨੈਗੇਟਿਵ ਟੂ ਪੋਜ਼ਿਟਿਵ ਜਾਏਗਾ, ਫਿਰ ਕਰੰਟ ਨੂੰ ਰੈਜ਼ਿਸਟੈਂਸ ਆਫਰ ਹੁੰਦੀ ਹੈ ਡਿਊ ਟੂ ਇਲੈਕਟ੍ਰੋਲਾਈਟ ਐਂਡ ਇਲੈਕਟ੍ਰੋਡ, ਉਸ ਨੂੰ ਅਸੀਂ ਬੋਲਦੇ ਹਾਂ ਇੰਟਰਨਲ ਰੈਜ਼ਿਸਟੈਂਸ। ਅਸੀਂ ਆ ਵੀ ਡਿਸਕਸ ਕੀਤਾ ਸੀ ਕਿ ਇੰਟਰਨਲ ਰੈਜ਼ਿਸਟੈਂਸ ਤੇ ਐਕਸਟਰਨਲ ਰੈਜ਼ਿਸਟੈਂਸ ਦੇ ਆਰ ਇਨ ਸੀਰੀਜ਼, ਇਹ ਹਮੇਸ਼ਾ ਆਪਸ ਵਿੱਚ ਸੀਰੀਜ਼ ਚ ਹੁੰਦੇ ਆ। ਨਾਓ ਇਸ ਡਾਇਗਰਾਮ ਦੇ ਵਿੱਚ ਕੀ ਹੈ, ਆ ਸਾਡਾ ਇੰਟਰਨਲ ਰੈਜ਼ਿਸਟੈਂਸ ਹੈ, ਆ ਸਾਡਾ ਐਕਸਟਰਨਲ ਰੈਜ਼ਿਸਟੈਂਸ ਹੈ। ਇਹ ਕੀ ਹੈ, ਸਰਕਟ ਨੂੰ ਓਪਨ ਜਾਂ ਸਰਕਟ ਨੂੰ ਕਲੋਜ਼ ਕਰਨ ਦੇ ਲਈ। ਨਾਓ V ਇਜ਼ ਦਾ ਵੋਲਟਮੀਟਰ। ਵੋਲਟਮੀਟਰ ਇੱਕ ਡਿਵਾਈਸ ਹੈ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਜਾਂ EMF ਨੂੰ ਉਹ ਮੈਜ਼ਰ ਕਰੇਗਾ, ਉਹ ਡਿਵਾਈਸ। ਨਾਓ ਦਿਸ ਇਜ਼ ਦਾ ਵੋਲਟਮੀਟਰ। ਇਹਨਾਂ ਦੋਨਾਂ ਸਰਕਟ ਦੇ ਵਿੱਚ ਧਿਆਨ ਨਾਲ ਦੇਖੋ, ਇੱਥੇ ਸਰਕਟ ਓਪਨ ਹੈ, ਇਹ ਵਾਇਰ ਇੱਥੋਂ ਨਹੀਂ ਜੁੜੀ ਹੋਈ, ਸਰਕਟ ਓਪਨ। ਇੱਥੇ ਕੀ ਕੀਤਾ ਗਿਆ ਕਿ ਸਾਡਾ ਸਰਕਟ ਹੈ ਉਹਨੂੰ ਅਸੀਂ ਕਲੋਜ਼ ਕਰ ਦਿੱਤਾ ਹੈ। ਨਾਓ ਜੇ ਸਰਕਟ ਓਪਨ ਹੈ ਤੇ ਇਹਦਾ ਮਤਲਬ ਹੈ ਕਿ ਹੱਲੇ ਸਰਕਟ ਵਿੱਚ ਬਿਲਕੁਲ ਵੀ ਕਰੰਟ ਫਲੋ ਨਹੀਂ ਕਰੇਗਾ। ਇਸ ਕਰਕੇ ਮੈਂ ਇੱਥੇ ਕਿਤੇ ਵੀ ਕਰੰਟ ਨੂੰ ਸ਼ੋ ਨਹੀਂ ਕੀਤਾ। ਪਰ ਇਸ ਪਾਰਟ ਵਿੱਚ ਦੇਖੋ ਸਰਕਟ ਕਲੋਜ਼ ਹੈ, ਵਾਇਰ ਨੂੰ ਅਸੀਂ ਜੋੜ ਦਿੱਤਾ, ਨਾਲ ਹੀ ਸਰਕਟ ਵਿੱਚ ਕਰੰਟ I ਇਟ ਵਿਲ ਸਟਾਰਟ ਫਲੋ ਫਰੋਮ ਪੋਜ਼ਿਟਿਵ ਟਰਮੀਨਲ ਟੂ ਦਾ ਨੈਗੇਟਿਵ ਟਰਮੀਨਲ। ਇਹਨਾਂ ਦੋਨਾਂ ਫਿਗਰ ਵਿੱਚ ਇੱਕੋ ਡਿਫਰੈਂਸ ਹੈ, ਆਹ ਸਰਕਟ ਓਪਨ ਹੈ ਤੇ ਆਹ ਵਾਲਾ ਸਰਕਟ ਕਲੋਜ਼ ਹੈ। ਇਹਦੇ ਵਿੱਚ ਬਿਲਕੁਲ ਵੀ ਕਰੰਟ ਫਲੋ ਨਹੀਂ ਕਰ ਰਿਹਾ ਤੇ ਇਹਦੇ ਵਿੱਚ ਕਰੰਟ ਫਲੋ ਕਰਦਾ ਪਿਆ ਹੈ। ਨਾਓ ਜਦੋਂ ਕਰੰਟ ਬਿਲਕੁਲ ਵੀ ਫਲੋ ਨਹੀਂ ਕਰ ਰਿਹਾ ਇਸ ਸਰਕਟ ਦੇ ਵਿੱਚੋਂ, ਤੇ ਉਦੋਂ ਅਸੀਂ ਇੱਕ ਵੋਲਟਮੀਟਰ ਲਗਾ ਕੇ ਸੈੱਲ ਦੇ ਟਰਮੀਨਲ ਤੋਂ ਜਦੋਂ ਇਹਦਾ ਪੋਟੈਂਸ਼ੀਅਲ ਡਿਫਰੈਂਸ ਅਸੀਂ ਨੋਟ ਕੀਤਾ, circuit open, no current is flowing, then the potential difference between the two terminal of the cell, that will be our EMF। ਉਹ ਸਾਡੀ EMF ਹੁੰਦੀ ਹੈ। It is a maximum potential difference between the two terminal of the cell when no current is flowing, that is circuit is open। ਉਸ ਨੂੰ ਅਸੀਂ ਬੋਲਦੇ ਹਾਂ EMF। ਇਹ ਸਾਨੂੰ ਰੀਡਿੰਗ ਦੇਗਾ, EMF ਦੀ ਰੀਡਿੰਗ ਦੇਗਾ ਸਾਨੂੰ, ਕਰੰਟ ਬਿਲਕੁਲ ਨਹੀਂ ਫਲੋ ਕਰ ਰਿਹਾ। ਨਾਓ when the circuit is closed, ਜੇ ਸਰਕਟ ਕਲੋਜ਼ ਕਰ ਦਿੱਤਾ ਤੇ ਕਰੰਟ ਫਲੋ ਹੋਣਾ ਸ਼ੁਰੂ ਹੋ ਗਿਆ, then the voltmeter ਅਸੀਂ ਇੱਥੇ ਅਪਲਾਈ ਕੀਤਾ ਹੈ, that will gives us the value of potential difference। ਇਸ ਟਾਈਮ ਤੇ ਇਹਨੂੰ ਅਸੀਂ ਬੋਲਦੇ ਹਾਂ ਪੋਟੈਂਸ਼ੀਅਲ ਡਿਫਰੈਂਸ। ਦੋਨਾਂ 'ਚ ਕੀ ਫਰਕ ਹੈ, ਜੇ ਤੇ ਕਰੰਟ ਫਲੋ ਕਰਦਾ ਹੈ
ਉਹਨੂੰ ਪੋਟੈਂਸ਼ੀਅਲ ਡਿਫਰੈਂਸ ਦੀ ਰੀਡਿੰਗ ਦੇਣੀ ਹੈ ਤੇ ਜੇ ਕਰੰਟ ਫਲੋ ਨਹੀਂ ਕਰਦਾ ਤੇ ਅਸੀਂ ਕਹਿੰਦੇ ਆ ਕਿ ਇਹ ਦੋਨਾਂ ਪੁਆਇੰਟਾਂ ਵਿੱਚ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਹੈ ਉਹ ਸਾਡਾ EMF ਹੈ। ਪਰ ਇਹ ਇਸ ਤਰ੍ਹਾਂ ਕਿਉਂ ਹੈ, ਅੱਜ ਇਹਦੇ ਬਾਰੇ ਹੀ ਅਸੀਂ ਜਿਹੜਾ ਹੈ ਡਿਟੇਲ ਦੇ ਵਿੱਚ ਅਸੀਂ ਸਟੱਡੀ ਕਰਨੀ ਹੈ। ਜੇ ਤੇ ਸਰਕਟ ਓਪਨ, ਇਹਦੀ ਜਿਹੜੀ ਰੀਡਿੰਗ ਹੈ ਵੋਲਟਮੀਟਰ ਦੀ ਉਹਨੂੰ ਬੋਲਦੇ ਆ EMF। ਜੇ ਸਰਕਟ ਕਲੋਜ਼ ਤੇ ਇਹਦੀ ਰੀਡਿੰਗ ਨੂੰ ਅਸੀਂ ਬੋਲਦੇ ਆ ਪੋਟੈਂਸ਼ੀਅਲ ਡਿਫਰੈਂਸ। ਇਹ ਸਾਰੀ ਪ੍ਰੋਬਲਮ ਕਿੱਥੇ ਹੈ? ਇਹ ਸਾਰੀ ਪ੍ਰੋਬਲਮ ਆਉਂਦੀ ਹੈ ਡਿਊ ਟੂ ਇੰਟਰਨਲ ਰੈਜ਼ਿਸਟੈਂਸ ਆਫ ਦੀ ਸੈੱਲ। ਆ ਜਿਹੜਾ ਸਾਡਾ ਇੰਟਰਨਲ ਰੈਜ਼ਿਸਟੈਂਸ ਹੈ ਇਹਦੇ ਕਰਕੇ ਜਿਹੜਾ ਹੈ ਸਾਰੀ ਜਿਹੜੀ ਹੈ ਇਹ ਦੋਨਾਂ ਦੇ ਵਿੱਚ ਸਰਕਟ ਦੇ ਵਿੱਚ ਸਾਡਾ ਡਿਫਰੈਂਸ ਆਉਂਦਾ। ਨਾਓ ਅੱਜ ਅਸੀਂ ਇਹਦੇ ਬਾਰੇ ਜਿਹੜਾ ਹੈ ਆਪਾਂ ਇਹਨੂੰ ਡਿਟੇਲ ਚ ਸਟੱਡੀ ਕਰਦੇ ਹਾਂ। ਨਾਓ ਇਹ ਜਿਹੜਾ ਸਰਕਟ ਤੁਸੀਂ ਦੇਖ ਰਹੇ ਹੋ ਇਹਨੂੰ ਜਿਹੜਾ ਤੁਸੀਂ ਧਿਆਨ ਨਾਲ ਦੇਖਣਾ ਹੈ, ਇਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਕੱਲ ਵੀ ਮੈਂ ਥੋੜਾ ਜਿਹਾ ਇਹਨੂੰ ਆਪਾਂ ਡਿਸਕਸ ਕੀਤਾ ਸੀ। ਨਾਓ ਇਹ ਹੋ ਗਿਆ ਸਾਡਾ ਸੈੱਲ ਜਿਹਦੀ EMF ਮੰਨ ਲਓ ਸਾਡੇ ਕੋਲ ਹੈ EMF ਹੈਗੀ ਹੈ ਸਾਡੇ ਕੋਲ E। ਨਾਓ ਦਿਸ ਇਜ਼ ਇੰਟਰਨਲ ਰੈਜ਼ਿਸਟੈਂਸ ਆਫ ਦੀ ਸੈੱਲ। ਇਹ ਸਾਡੇ ਦੋ ਪੁਆਇੰਟਸ ਨੇ। ਇੱਥੇ ਜਿਹੜਾ ਹੈ ਸਾਡੇ ਕੋਲ ਕਰੰਟ ਦੀ ਅਸੀਂ ਡਾਇਰੈਕਸ਼ਨ ਸ਼ੋ ਕਰ ਦਿੱਤੀ ਹੈ। ਕਰੰਟ ਹਮੇਸ਼ਾ ਜਾਂਦਾ ਹੈ ਪੋਜ਼ਿਟਿਵ ਟੂ, ਇੱਥੇ ਸਰਕਟ ਜੇ ਅਸੀਂ ਕੰਪਲੀਟ ਕਰੀਏ ਇੱਥੇ ਅਸੀਂ ਰੈਜ਼ਿਸਟੈਂਸ ਨਹੀਂ ਸ਼ੋ ਕਰ ਰਹੇ, ਇੱਥੇ R ਆਏਗਾ। ਇਸ ਤਰ੍ਹਾਂ ਇਹ ਸਰਕਟ ਪੂਰਾ ਉਹੀ ਹੈਗਾ। ਨਾਓ ਕਰੰਟ ਜਿਹੜਾ ਹੈ ਇਟ ਸਟਾਰਟ ਫਰੋਮ ਪੋਜ਼ਿਟਿਵ ਟਰਮੀਨਲ, ਉਸ ਤੋਂ ਬਾਅਦ ਇਹ ਕਰੰਟ ਫਲੋ ਹੋ ਕੇ ਸਾਡੇ ਕੋਲ ਜਾਂਦਾ ਹੈ ਨੈਗੇਟਿਵ ਟਰਮੀਨਲ ਵਾਲੇ ਪਾਸੇ ਜਿਹੜਾ ਹੈ ਉਹ ਕਰੰਟ ਫਲੋ ਹੋ ਕੇ ਆਉਂਦਾ ਹੈ। ਨਾਓ ਕਰੰਟ ਕਿੱਧਰ ਨੂੰ ਫਲੋ ਕਰਦਾ ਹੈ? ਹਾਈ ਪੋਟੈਂਸ਼ੀਅਲ ਟੂ ਲੋ ਪੋਟੈਂਸ਼ੀਅਲ। ਇਹ ਕਰੰਟ ਦੀ ਜਿਹੜੀ ਡਾਇਰੈਕਸ਼ਨ ਹੈ। ਲਾਸਟ ਲੈਕਚਰ ਵਿੱਚ ਅਸੀਂ ਡਿਸਕਸ ਕੀਤਾ ਸੀ ਕਿ ਜਿੱਧਰ ਨੂੰ ਕਰੰਟ ਫਲੋ ਕਰਦਾ ਹੈ ਜੇ ਅਸੀਂ ਉਸੇ ਪਾਸੇ ਨੂੰ ਮੂਵ ਕਰੀਏ, ਜਿਸ ਤਰ੍ਹਾਂ ਕਰੰਟ ਇਧਰ ਨੂੰ ਆ ਰਿਹਾ ਡਾਇਗਰਾਮ ਦੇ ਵਿੱਚ, ਜੇ ਅਸੀਂ ਇਸੇ ਡਾਇਰੈਕਸ਼ਨ 'ਚ ਮੂਵ ਕਰਦੇ ਹਾਂ ਤੇ ਸਾਡਾ ਜਿਹੜਾ ਹੈ ਪੋਟੈਂਸ਼ੀਅਲ ਜਿਹੜਾ ਹੈ ਉਹ ਘਟਦਾ ਜਾਏਗਾ। ਕਿਹੜੇ ਪੁਆਇੰਟ ਦਾ ਪੋਟੈਂਸ਼ੀਅਲ ਜ਼ਿਆਦਾ ਹੋਏਗਾ? B ਪੁਆਇੰਟ ਦਾ। ਤੇ ਕਿਹੜੇ ਪੁਆਇੰਟ ਦਾ ਪੋਟੈਂਸ਼ੀਅਲ ਘਟ ਆਏਗਾ? ਸਾਡੇ ਕੋਲ A ਦਾ, ਕਿਉਂਕਿ ਕਰੰਟ ਜਿਸ ਡਾਇਰੈਕਸ਼ਨ 'ਚ ਫਲੋ ਕਰਦਾ ਹੈ ਉਸ ਡਾਇਰੈਕਸ਼ਨ 'ਚ ਸਾਡਾ ਜਿਹੜਾ ਹੈ ਪੋਟੈਂਸ਼ੀਅਲ ਉਹ ਡਿਕਰੀਜ਼ ਹੁੰਦਾ ਜਾਂਦਾ ਹੈ। ਨਾਓ ਇਹਦੀ ਇੱਕ ਅਸੀਂ ਇਕੁਏਸ਼ਨ ਬਣਾ ਕੇ ਦੇਖੀਏ ਕਿਸ ਤਰ੍ਹਾਂ ਦੀ ਆਏਗੀ। ਇੱਥੇ ਮੰਨ ਲਓ ਪੋਟੈਂਸ਼ੀਅਲ ਹੈ VB, ਇੱਥੇ ਪੋਟੈਂਸ਼ੀਅਲ ਹੈ ਸਾਡੇ ਕੋਲ VA। ਇਹਦੀ ਜਿਹੜੀ ਹੈ EMF ਹੈ ਜਿਹੜਾ ਇਹਦਾ ਮੇਨ ਮੈਕਸਿਮਮ ਪੋਟੈਂਸ਼ੀਅਲ ਡਿਫਰੈਂਸ ਹੈਗਾ ਸਾਡੇ ਕੋਲ E। ਤੇ ਜਦੋਂ ਕਰੰਟ ਇਹਦੇ ਵਿੱਚੋਂ ਲੰਘਿਆ ਰੈਜ਼ਿਸਟੈਂਸ ਦੇ ਵਿੱਚੋਂ, ਇੰਟਰਨਲ ਰੈਜ਼ਿਸਟੈਂਸ ਚੋਂ, ਇੱਥੇ ਵੀ ਸਾਡੇ ਕੋਲ ਜਿਹੜਾ ਹੈ ਪੋਟੈਂਸ਼ੀਅਲ ਡਿਫਰੈਂਸ ਕ੍ਰੀਏਟ ਹੋਏਗਾ। ਓਮਸ ਲਾਅ ਦੇ ਅਕੋਰਡਿੰਗ ਸਾਡੇ ਕੋਲ ਫਾਰਮੂਲਾ ਕੀ ਹੁੰਦਾ ਹੈ? V IR। ਇਹਦਾ ਮਤਲਬ ਇੱਥੇ ਵੀ ਸਾਡੇ ਕੋਲ ਪੋਟੈਂਸ਼ੀਅਲ ਕ੍ਰੀਏਟ ਹੋਏਗਾ ਐਂਡ that is equal to IR। ਨਾਓ ਅਸੀਂ ਕਰੰਟ ਦੀ ਡਾਇਰੈਕਸ਼ਨ 'ਚ ਮੂਵ ਕਰਨ ਲੱਗੇ ਹਾਂ। ਨਾਓ ਹੇਅਰ ਇਜ਼ ਦਾ ਪੋਟੈਂਸ਼ੀਅਲ VB। ਜਦੋਂ ਅਸੀਂ ਇੱਧਰ ਨੂੰ ਜਾ ਰਹੇ ਹਾਂ ਕਰੰਟ ਦੀ ਡਾਇਰੈਕਸ਼ਨ 'ਚ, ਇਹਦਾ ਮਤਲਬ ਸਾਡਾ ਪੋਟੈਂਸ਼ੀਅਲ ਜਿਹੜਾ ਹੈ ਉਹ ਘਟਦਾ ਜਾਂਦਾ ਹੈ। ਨਾਓ ਜਦੋਂ ਇੱਧਰ ਜਾਵਾਂਗੇ ਇਹਦਾ ਮਤਲਬ ਇਹਦਾ ਪੋਟੈਂਸ਼ੀਅਲ ਵਿੱਚੋਂ ਜਿਹੜਾ ਹੈ ਅਸੀਂ ਮਾਈਨਸ ਕਰਾਂਗੇ, ਉਹਦੀ ਵੈਲਿਊ ਆ ਗਈ ਸਾਡੇ ਕੋਲ IR। ਇਹ ਵਿੱਚੋਂ ਮਾਈਨਸ ਹੋ ਗਿਆ। ਹੁਣ ਇਸ ਸੈੱਲ ਨੂੰ ਦੇਖੋ ਧਿਆਨ ਨਾਲ, ਜਦੋਂ ਅਸੀਂ ਇਸ ਡਾਇਰੈਕਸ਼ਨ 'ਚ ਜਾ ਰਹੇ ਹਾਂ ਤੇ ਅਸੀਂ ਨੈਗੇਟਿਵ ਟਰਮੀਨਲ ਟੂ ਪੋਜ਼ਿਟਿਵ ਵੱਲ ਜਾ ਰਹੇ ਹਾਂ। ਲੋ ਟੂ ਹਾਈ, ਅਸੀਂ ਹਾਈ ਪੋਟੈਂਸ਼ੀਅਲ ਵੱਲ ਜਾ ਰਹੇ ਹਾਂ। ਇਹਦਾ ਮਤਲਬ ਇੱਥੇ ਜਿਹੜਾ ਸਾਈਨ ਹੈ ਧਿਆਨ ਨਾਲ ਲਗਾਉਣਾ ਹੈ +E। ਪਲੱਸ ਕਿਉਂ ਆਇਆ? ਬਿਕੋਜ਼ ਵੀ ਆਰ ਗੋਇੰਗ ਫਰੋਮ ਲੋ ਪੋਟੈਂਸ਼ੀਅਲ ਟੂ ਹਾਈ, ਤੇ ਉਦੋਂ ਅਸੀਂ ਪਲੱਸ ਕਰਨਾ ਹੈ। ਜੇ ਹਾਈ ਟੂ ਲੋ ਜਾ ਰਹੇ ਹਾਂ ਉਦੋਂ ਅਸੀਂ ਜਿਹੜਾ ਵਿੱਚੋਂ ਮਾਈਨਸ ਕਰਨਾ ਹੈ। ਉਸ ਤੋਂ ਬਾਅਦ ਅੱਗੇ ਜਾ ਕੇ ਸਾਡੇ ਕੋਲ ਹੈ ਪੋਟੈਂਸ਼ੀਅਲ ਕਿਹਦੇ ਇਕੁਅਲ ਆ ਜਾਏਗਾ? ਸਾਡੇ ਕੋਲ that will become equal to VA। ਇਹਦਾ ਪੋਟੈਂਸ਼ੀਅਲ VB ਇਹਨਾਂ ਵਿੱਚੋਂ ਮਾਈਨਸ ਹੋ ਗਿਆ, ਇਹ ਵਿੱਚੋਂ ਪਲੱਸ ਹੋ ਗਿਆ ਤੇ ਸਾਡਾ ਇਹਦੇ ਪੋਟੈਂਸ਼ੀਅਲ ਦੀ ਉਹ ਇਕੁਅਲ ਆ ਗਿਆ। ਨਾਓ VB ਨੂੰ ਅਸੀਂ ਉਧਰ ਲੈ ਜਾਂਦੇ ਹਾਂ। ਨਾਓ VA VB equal to, ਇਹਨੂੰ ਅਸੀਂ ਉਧਰ ਲੈ ਗਏ। we get ਸਾਡੇ ਕੋਲ ਕੀ ਬਚਿਆ? E ਪਹਿਲਾਂ ਲਗਾ ਲਿਆ, ਅੱਗੇ ਆ ਗਿਆ -IR।
ਇਹ ਫਾਰਮੂਲਾ ਸਾਡੇ ਕੋਲ ਆ ਗਿਆ VA minus VB is equal to E minus IR. Now what is VA minus VB? It is the potential difference between these two points. ਇਹਨਾਂ ਦੋਨਾਂ ਪੁਆਇੰਟਾਂ ਵਿੱਚ ਜਿਹੜਾ ਹੈ potential difference, that is ਇਹਨੂੰ ਅਸੀਂ ਲਿਖ ਦਿੱਤਾ ਕੈਪੀਟਲ V. VB minus VA ਨੂੰ ਅਸੀਂ ਕੈਪੀਟਲ V ਪਾਤਾ, ਸਾਡੇ ਕੋਲ ਕਿੰਨਾ ਆ ਗਿਆ E minus IR. This is the relation between potential difference between two points and EMF. ਇਹ ਸਾਡਾ ਜਿਹੜਾ ਹੈ ਦੋਨਾਂ ਦੇ ਵਿੱਚ ਸਾਡੇ ਕੋਲ ਜਿਹੜਾ ਹੈ ਰਿਲੇਸ਼ਨ ਸਾਡੇ ਕੋਲ ਆ ਗਿਆ। ਨਾਓ ਇਸ ਫਾਰਮੂਲੇ ਨੂੰ ਬੜੇ ਧਿਆਨ ਨਾਲ ਦੇਖੋ। ਕੀ ਪੋਟੈਂਸ਼ੀਅਲ ਡਿਫਰੈਂਸ EMF ਦੇ ਇਕੁਅਲ ਹੈ? ਇਕੁਅਲ ਤੇ ਤਾਂ ਹੁੰਦਾ ਜੇਕਰ ਆ ਟਰਮ ਨਾ ਹੁੰਦੀ। ਜੇ ਆ ਟਰਮ ਨਹੀਂ ਹੈਗੀ ਫਿਰ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਹੈ EMF ਦੇ ਇਕੁਅਲ ਹੈ। ਬਟ EMF ਵਿੱਚੋਂ ਇੰਨਾ ਸਾਡੇ ਕੋਲ ਮਾਈਨਸ ਹੋ ਗਿਆ। ਇਹਦਾ ਮਤਲਬ EMF ਵਿੱਚੋਂ ਇੰਨਾ ਪੋਟੈਂਸ਼ੀਅਲ ਮਾਈਨਸ ਕਰੋਗੇ ਤੇ ਆ ਕਿਹੜਾ ਪੋਟੈਂਸ਼ੀਅਲ ਹੈ? ਇਹ ਸਾਡਾ ਪੋਟੈਂਸ਼ੀਅਲ ਹੈਗਾ ਇੰਟਰਨਲ ਰੈਜ਼ਿਸਟੈਂਸ ਵਾਲਾ। ਜਿਹੜਾ ਪੋਟੈਂਸ਼ੀਅਲ ਜਿਹੜਾ ਹੈ ਇੰਟਰਨਲ ਰੈਜ਼ਿਸਟੈਂਸ ਤੇ ਵੇਸਟ ਹੋ ਗਿਆ ਉਹਨਾਂ ਵਿੱਚੋਂ ਮਾਈਨਸ ਕਰਾਂਗੇ ਤੇ ਬਾਕੀ ਸਾਡੇ ਕੋਲ ਜਿਹੜਾ ਆਏਗਾ ਉਹ ਪੋਟੈਂਸ਼ੀਅਲ ਡਿਫਰੈਂਸ ਬਚੇਗਾ A ਤੇ B ਦੇ ਵਿਚਕਾਰ। ਤੇ ਜੇ ਆ ਇੰਟਰਨਲ ਰੈਜ਼ਿਸਟੈਂਸ ਨਾ ਹੁੰਦਾ ਪਰ ਇਹ ਹਮੇਸ਼ਾ ਹੋਏਗਾ ਫਿਰ ਸਾਡੇ ਕੋਲ V ਤੇ E ਆਪਸ ਵਿੱਚ ਜਿਹੜੇ ਨੇ ਉਹ ਇਕੁਅਲ ਆਣੇ ਸੀ। ਇਹਦਾ ਮਤਲਬ ਪੋਟੈਂਸ਼ੀਅਲ ਡਿਫਰੈਂਸ EMF ਤੋਂ ਘੱਟ ਹੈ। ਕਿੰਨਾ ਘੱਟ ਹੈ? ਜਿੰਨਾ ਪੋਟੈਂਸ਼ੀਅਲ ਸਾਡਾ ਵੇਸਟ ਹੋ ਗਿਆ। ਕਿੱਥੇ ਵੇਸਟ ਹੋਇਆ? ਅਕ੍ਰੋਸ ਇੰਟਰਨਲ ਰੈਜ਼ਿਸਟੈਂਸ ਆਫ ਦੀ ਸੈੱਲ। ਜਦੋਂ ਸੈੱਲ ਹਲੇ ਫਰੈਸ਼ਲੀ ਪ੍ਰਪੇਅਰ ਹੁੰਦਾ ਹੈ, ਨਵਾਂ ਸੈੱਲ ਤਿਆਰ ਕੀਤਾ, ਉਹਦਾ ਇੰਟਰਨਲ ਰੈਜ਼ਿਸਟੈਂਸ ਬਹੁਤ ਘੱਟ ਹੁੰਦਾ ਹੈ ਤੇ ਉਦੋਂ ਆਹ ਵਾਲੀ ਟਰਮ ਜਿਹੜੀ ਹੈ ਬਹੁਤ ਘੱਟ ਹੁੰਦੀ ਹੈ ਤੇ ਇਹ ਅਪਰੋਕਸੀਮੇਟਲੀ ਸਾਡੇ ਜਿਹੜੇ ਨੇ ਇਕੁਅਲ ਆਉਂਦੇ ਨੇ। ਜਿਉਂ ਅਸੀਂ ਸੈੱਲ ਨੂੰ ਯੂਜ਼ ਕਰਦੇ ਜਾਂਦੇ ਆ ਫਿਰ ਇੰਟਰਨਲ ਰੈਜ਼ਿਸਟੈਂਸ ਵਧਣ ਕਰਕੇ ਆਹ ਟਰਮ ਜਿਹੜੀ ਹੈ ਵਧਦੀ ਜਾਂਦੀ ਹੈ ਤੇ ਸਾਡਾ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਹੈ ਉਹ ਘਟਦਾ ਜਾਂਦਾ ਹੈ। ਆਖਿਰਕਾਰ ਇੱਕ ਐਸੀ ਸਟੇਜ ਆਉਂਦੀ ਕਿ ਪੋਟੈਂਸ਼ੀਅਲ ਡਿਫਰੈਂਸ ਸਾਡਾ ਉਹ ਜ਼ੀਰੋ ਆਉਂਦਾ। ਅਸੀਂ ਸੈੱਲ ਨੂੰ ਕਹਿੰਦੇ ਵੀ ਉਹ ਸੈੱਲ ਜਿਹੜਾ ਹੈ ਖਰਾਬ ਹੋ ਗਿਆ। Now this is the relation, ਇਹਨੂੰ ਯਾਦ ਰੱਖਣਾ ਹੈ V is equal to E minus IR. Now ਇਸ ਡਾਇਗਰਾਮ ਨੂੰ ਬੜੇ ਧਿਆਨ ਨਾਲ ਦੇਖੋ। ਇਸ ਡਾਇਗਰਾਮ ਦੇ ਵਿੱਚ ਕਰੰਟ ਜਿਹੜਾ ਹੈ ਪੋਜ਼ਿਟਿਵ ਟਰਮੀਨਲ ਤੋਂ ਬਾਹਰ ਨੂੰ ਨਿਕਲਦਾ ਪਿਆ। ਇਹਨੂੰ ਧਿਆਨ ਨਾਲ ਸਮਝਣਾ ਹੈ। ਇਸ ਡਾਇਗਰਾਮ ਵਿੱਚ ਕਰੰਟ ਜਿਹੜਾ ਹੈ ਪੋਜ਼ਿਟਿਵ ਟਰਮੀਨਲ ਤੋਂ ਬਾਹਰ ਨੂੰ ਨਿਕਲਦਾ ਪਿਆ। ਇਹਦਾ ਮਤਲਬ ਹੈ ਕਿ એનર્ਜੀ ਕਰੰਟ ਜਿਹੜੀ ਉਹ ਸਪਲਾਈ ਹੋ ਰਹੀ ਹੈ ਇਹ ਬੈਟਰੀ ਆਪ ਕਰ ਰਹੀ ਹੈ। ਇੱਥੇ એનર્ਜੀ ਜਿਹੜੀ ਹੈ ਇਜ਼ ਸਪਲਾਈਡ ਬਾਈ ਦਾ ਬੈਟਰੀ। ਬੈਟਰੀ ਜਿਹੜੀ ਹੈ ਆਪ ਕੰਮ ਕਰਦੀ ਪਈ ਹੈ, ਕਿਸੇ ਨੂੰ ਇਹ ਜਿਹੜਾ ਕਰੰਟ ਦੀ ਜਿਹੜੀ ਹੈ ਉਹ ਸਪਲਾਈ ਦਿੰਦੀ ਪਈ ਹੈ। ਹੁਣ ਜੇਕਰ ਅਸੀਂ ਅੱਗੇ ਫਰਦਰ ਚੱਲਦੇ ਹਾਂ, ਤੁਸੀਂ ਕੀ ਦੇਖਦੇ ਹੋ? ਮੰਨ ਲਓ ਕਿ ਕਰੰਟ ਜਿਹੜਾ ਹੈ I ਫਲੋ ਕੀਤਾ। ਕਰੰਟ ਜਿਹੜਾ ਹੈ ਸਾਡੇ ਕੋਲ I ਫਲੋ ਕਰ ਰਿਹਾ। ਮੰਨ ਲਓ ਵੀ ਇਹ ਕਰੰਟ ਜਿਹੜਾ ਫਲੋ ਕਰ ਰਿਹਾ ਫੋਰ ਦਾ ਟਾਈਮ ਡੈਲਟਾ T, ਥੋੜੇ ਜੇ ਟਾਈਮ ਲਈ ਇਹ ਵਾਲਾ ਜਿਹੜਾ ਕਰੰਟ ਹੈ ਫਲੋ ਕੀਤਾ ਸਰਕਟ ਦੇ ਵਿੱਚੋਂ। ਨਾਓ ਜੇ ਕਰੰਟ ਫਲੋ ਕਰੇਗਾ ਤੇ ਅੰਡਰਸਟੂਡ ਹੈ ਸਾਡੇ ਕੋਲ ਜਿਹੜਾ ਹੈ ਚਾਰਜ ਵੀ ਫਲੋ ਕਰੇਗਾ ਤੇ ਚਾਰਜ ਦਾ ਜਿਹੜਾ ਫਾਰਮੂਲਾ ਕੀ ਹੁੰਦਾ ਹੈ? ਕਰੰਟ ਮਲਟੀਪਲਾਈ ਬਾਈ ਟਾਈਮ। ਇਹ ਤੁਸੀਂ ਫਾਰਮੂਲਾ ਪੜਿਆ I is equal to Q/T ਤੇ Q ਦੀ ਵੈਲਿਊ ਆ ਗਈ I into T। ਇਹਦਾ ਮਤਲਬ ਜਦੋਂ ਸਰਕਟ ਵਿੱਚ ਕਰੰਟ ਫਲੋ ਹੋ ਰਿਹਾ ਹੈ ਇਹਦਾ ਮਤਲਬ ਹੈ ਕਿ ਸਰਕਟ ਦੇ ਵਿੱਚ ਸਾਡਾ ਜਿਹੜਾ ਚਾਰਜ ਹੈ ਉਹ ਵੀ ਫਲੋ ਹੋਏਗਾ। ਨਾਓ ਕਿੰਨੇ ਟਾਈਮ ਵਾਸਤੇ ਕਿੰਨਾ ਚਾਰਜ ਫਲੋ ਹੋ ਗਿਆ? ਡੈਲਟਾ Q। ਬਟ ਇਸ ਚਾਰਜ ਨੂੰ ਫਲੋ ਕਿੰਨੇ ਕਰਵਾਇਆ? ਇਸ ਚਾਰਜ ਨੂੰ ਫਲੋ ਕਰਵਾਏਗੀ ਬੈਟਰੀ। ਬੈਟਰੀ ਜਿਹੜੀ ਹੈ ਆਪ ਜਿਹੜੀ ਹੈ ਵਰਕ ਕਰੇਗੀ, એનર્ਜੀ ਸਪਲਾਈ ਕਰੇਗੀ। ਨਾਓ the total work done by the battery, ਟੋਟਲ ਜਿਹੜਾ ਵਰਕ ਬੈਟਰੀ ਨੇ ਕਿੰਨਾ ਕੀਤਾ ਉਹ ਸਾਡੇ ਕੋਲ ਕਿੰਨਾ ਆਏਗਾ? that will be equal to ਚਾਰਜ ਨੂੰ ਅਸੀਂ ਮਲਟੀਪਲਾਈ ਕਰ ਦਾਂਗੇ ਪੋਟੈਂਸ਼ੀਅਲ ਡਿਫਰੈਂਸ ਦੇ ਨਾਲ। PD ਦਾ ਮਤਲਬ ਪੋਟੈਂਸ਼ੀਅਲ ਡਿਫਰੈਂਸ।
ਅਸੀਂ ਇਹ ਫਾਰਮੂਲਾ ਫਸਟ ਯੂਨਿਟ ਚ ਪੜਿਆ। ਪੋਟੈਂਸ਼ੀਅਲ ਡਿਫਰੈਂਸ ਇਜ਼ ਇਕੁਅਲ ਟੂ ਵਰਕ ਓਵਰ ਚਾਰਜ, ਤੇ ਵਰਕ ਜਿਹੜਾ ਬੈਟਰੀ ਨੇ ਆਪ ਕੀਤਾ ਉਹ ਕਿੰਨਾ ਕੀਤਾ, ਚਾਰਜ ਇਨਟੂ ਪੋਟੈਂਸ਼ੀਅਲ ਡਿਫਰੈਂਸ। ਨਾਓ ਚਾਰਜ ਦੀ ਜਿਹੜੀ ਵੈਲਿਊ ਸੀਗੀ ਸਾਡੇ ਕੋਲ I ਡੈਲਟਾ ਟੀ, ਤੇ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਮੇਨ ਜਿਹਨੇ ਸਾਰਾ ਕੰਮ ਕੀਤਾ ਬੈਟਰੀ, ਉਹ ਸਾਡੇ ਕੋਲ ਕੀ ਆ ਗਈ E। ਇਹਦਾ ਮਤਲਬ ਵਰਕ ਡਨ ਬਾय ਦਾ ਬੈਟਰੀ ਇਜ਼ ਇਕੁਅਲ ਟੂ I E ਡੈਲਟਾ ਟੀ। ਇਹ ਵਰਕ ਜਿਹੜਾ ਹੈ ਬੈਟਰੀ ਨੇ ਕੀਤਾ ਟੋਟਲ ਕਿ ਚਾਰਜ ਨੂੰ ਸਪਲਾਈ ਕਰਨਾ। ਨਾਓ ਜਦੋਂ ਕਰੰਟ ਫਲੋ ਹੋਇਆ, ਫਲੋ ਹੁੰਦਾ ਹੁੰਦਾ ਕਰੰਟ ਜਿਹੜਾ ਹੈ ਉਸ ਤੋਂ ਬਾਅਦ ਸੈੱਲ ਦੇ ਵਿੱਚੋਂ ਲੰਘੇਗਾ, ਤੇ ਸੈੱਲ ਦੇ ਵਿੱਚ ਉਹਦੀ ਜਿਹੜੀ ਹੈ ਇੰਟਰਨਲ ਰੈਜ਼ਿਸਟੈਂਸ ਹੁੰਦੀ ਹੈ। ਇਹਦਾ ਮਤਲਬ ਜਦੋਂ ਇਹ ਕਰੰਟ ਜਿਹੜਾ ਹੈ ਸੈੱਲ ਦੇ ਵਿੱਚੋਂ ਲੰਘੇਗਾ ਤੇ ਸੈੱਲ ਦੇ ਅੰਦਰ ਇੰਟਰਨਲ ਰੈਜ਼ਿਸਟੈਂਸ ਕਰਕੇ ਸਾਡੀ ਕੁਝ એનર્ਜੀ ਜਿਹੜੀ ਹੈ ਉਹ ਲਾਸ ਹੋ ਜਾਏਗੀ ਇਨ ਦਾ ਫਾਰਮ ਆਫ ਹੀਟ। ਸਾਨੂੰ ਪਤਾ ਹੈ ਜਿਹੜਾ ਇੰਟਰਨਲ ਰੈਜ਼ਿਸਟੈਂਸ ਹੈ ਕਰੰਟ ਨੂੰ ਫਲੋ ਹੋਣ ਤੋਂ ਰੋਕੇਗਾ, ਉਹਦੇ ਕਰਕੇ ਸਾਡੇ ਕੋਲ ਜਿਹੜੀ ਹੈ ਉੱਥੇ એનર્ਜੀ ਜਿਹੜੀ ਹੈ ਸਾਡੀ ਲਾਸ ਹੋ ਜਾਂਦੀ ਹੈ ਇਨ ਦਾ ਫਾਰਮ ਆਫ ਹੀਟ। ਤੇ ਉਹ ਜਿਹੜਾ ਹੀਟ ਦਾ ਜਿਹੜਾ ਫਾਰਮੂਲਾ ਹੈ, ਜਿਹੜੀ એનર્ਜੀ ਲਾਸ ਹੋਈ ਇਨ ਦਾ ਫਾਰਮ ਆਫ ਹੀਟ, ਉਸ ਨੂੰ ਅਸੀਂ WR ਕਹਿ ਦਿੰਦੇ ਆ। ਉਹ ਕਿੰਨੀ ਆਏਗੀ, that will be equal to I square R delta T। ਇਹ ਫਾਰਮੂਲਾ ਜਿਹੜਾ ਹੈ ਕਿੱਥੋਂ ਆਇਆ, ਇਹਨੂੰ ਅਸੀਂ ਜਿਹੜਾ ਹੈ ਨੈਕਸਟ ਲੈਕਚਰ ਵਿੱਚ ਅਸੀਂ ਡਿਸਕਸ ਕਰਾਂਗੇ। ਹੀਟ ਵਾਲਾ ਪਾਰਟ ਆਏਗਾ ਇੱਕ। ਹਾਲੇ ਤੁਸੀਂ ਯਾਦ ਰੱਖਣਾ ਹੈ ਕਿ ਜਦੋਂ ਵੀ ਕਰੰਟ ਰੈਜ਼ਿਸਟੈਂਸ ਦੇ ਵਿੱਚੋਂ ਲੰਘਦਾ ਹੈ ਉਹ ਰੈਜ਼ਿਸਟੈਂਸ ਗਰਮ ਹੋ ਜਾਂਦਾ ਹੈ, ਤੇ ਗਰਮ ਹੋਣ ਦਾ ਮਤਲਬ ਹੈ ਕਿ ਉਹ એનર્ਜੀ ਲਾਸ ਕਰਦਾ ਹੈ ਇਨ ਦਾ ਫਾਰਮ ਆਫ ਹੀਟ, ਐਂਡ that loss of heat is given by I square R delta T। ਜਿੰਨਾ ਟਾਈਮ ਜ਼ਿਆਦਾ ਕਰੰਟ ਲੰਘੇਗਾ ਓਨੀ ਹੀਟ ਜਿਹੜੀ ਹੈ ਜ਼ਿਆਦਾ ਲਾਸ ਹੋਏਗੀ। ਨਾਓ ਇਹ ਵਰਕ ਬੈਟਰੀ ਨੇ ਕੀਤਾ, ਜਿਹੜੀ ਸਪਲਾਈ ਕੀਤੀ, ਤਾਂ ਜੋ ਸਾਡੇ ਕੋਲ ਜਿਹੜਾ ਹੈ ਸਰਕਟ ਵਿੱਚ ਜਿਹੜਾ ਹੈ ਕਰੰਟ ਫਲੋ ਹੋਵੇ। ਬਟ ਹੋਇਆ ਕਿ ਇੰਨੀ ਵਿੱਚੋਂ ਜਿਹੜੀ એનર્ਜੀ ਹੈ ਬੈਟਰੀ ਦੇ ਅੰਦਰ ਇੰਟਰਨਲ ਰੈਜ਼ਿਸਟੈਂਸ ਕਰਕੇ ਲਾਸ ਹੋ ਗਈ, ਤੇ ਇਹਦਾ ਮਤਲਬ ਜਿਹੜਾ ਮੇਨ ਸਰਕਟ ਹੈ ਉੱਥੇ એનર્ਜੀ ਸਾਡੀ ਕਿੰਨੀ ਸਪਲਾਈ ਹੋਈ। ਦੇਅਰਫੋਰ ਵਰਕ ਡਨ, ਜਿਹੜਾ ਨੈਟ ਵਰਕ ਡਨ ਬਚਿਆ ਕਰੰਟ ਨੂੰ ਫਲੋ ਹੋਣ ਵਾਸਤੇ ਸਰਕਟ ਦੇ ਵਿੱਚ, ਜਿਹੜਾ ਮੇਨ ਨੈਟ ਜਿਹੜਾ ਵਰਕ ਹੋਇਆ ਉਹ ਕਿੰਨਾ ਆਏਗਾ, ਜਿੰਨਾ ਪਹਿਲਾਂ ਸੀਗਾ ਸਾਡੇ ਕੋਲ I ਤੇ ਡੈਲਟਾ ਟੀ ਨਾਲ E, ਵਿੱਚੋਂ ਅਸੀਂ ਮਾਈਨਸ ਕਰ ਦਾਂਗੇ ਜਿਹੜੀ ਵਿੱਚੋਂ ਜਿਹੜੀ ਹੈ ਲਾਸ ਹੋ ਗਈ ਇਨ ਦਾ ਫਾਰਮ ਆਫ ਹੀਟ। ਇਹ ਸਾਡਾ ਜਿਹੜਾ ਵਿੱਚੋਂ ਲਾਸ ਹੋ ਗਈ, ਵਿੱਚੋਂ ਅਸੀਂ ਇਹਨੂੰ ਮਾਈਨਸ ਕਰ ਦਿੱਤਾ। ਨਾਓ ਦੋਨਾਂ ਵਿੱਚੋਂ ਜਿਹੜਾ ਹੈ ਕਾਮਨ ਸਾਡੇ ਕੋਲ ਆ ਗਿਆ I, ਹੋਰ ਸਾਡੇ ਕੋਲ ਡੈਲਟਾ ਟੀ ਵੀ ਕਾਮਨ ਆ ਗਿਆ, ਇੱਥੇ ਸਾਡੇ ਕੋਲ ਰਹਿ ਗਿਆ E, ਅੱਗੇ ਰਹਿ ਗਿਆ ਸਾਡੇ ਕੋਲ ਮਾਈਨਸ, ਤੇ ਇੱਕ I ਰਹਿ ਗਿਆ, ਤੇ ਨਾਲ ਆ ਗਿਆ ਸਾਡੇ ਕੋਲ R। Now what is E minus IR? This is the potential difference। ਉਹ ਸਾਡੇ ਕੋਲ ਜਿਹੜਾ ਹੈ ਉਹ potential difference ਦੇ equal ਆ ਗਿਆ। Therefore we get work done, ਜਿਹੜਾ net work ਹੋਇਆ, ਜਿਹੜੀ એનર્ਜੀ ਸਪਲਾਈ ਟੂ ਦਾ ਜਿਹੜਾ ਸਰਕਟ ਨੂੰ ਮਿਲੀ, ਉਹ ਕਿੰਨਾ ਆਏਗਾ ਸਾਡੇ ਕੋਲ, ਇਹਦੀ ਜਗ੍ਹਾ ਤੇ ਸਾਡੇ ਕੋਲ ਆ ਗਿਆ V, ਨਾਲ ਆ ਗਿਆ ਸਾਡੇ ਕੋਲ I। Now this is the delta T। ਇਹਦਾ ਮਤਲਬ ਕਰੰਟ ਨੂੰ ਫਲੋ ਕਰਾਉਣ ਵਾਲਾ ਮੇਨ ਜਿਹੜਾ ਹੈ ਸਾਡਾ ਉਹ ਪੋਟੈਂਸ਼ੀਅਲ ਡਿਫਰੈਂਸ ਹੈ। ਸਟਾਰਟਿੰਗ ਤੇ EMF ਸੀਗੀ, ਪਰ EMF ਨੇ ਜਦੋਂ ਆਪਣਾ ਸਪਲਾਈ ਕੀਤੀ ਤੇ ਇੰਟਰਨਲ ਰੈਜ਼ਿਸਟੈਂਸ ਕਰਕੇ એનર્ਜੀ ਲਾਸ ਹੋਈ, ਤੇ ਸਾਡੇ ਕੋਲ ਜਿਹੜਾ ਹੈ ਬਾਕੀ ਬਚਿਆ ਪੋਟੈਂਸ਼ੀਅਲ ਡਿਫਰੈਂਸ। ਉਹਦੇ ਅਕੋਰਡਿੰਗ ਹੀ ਜਿਹੜਾ ਸਾਡਾ ਜਿਹੜਾ ਕਰੰਟ ਹੈ ਉਹ ਫਲੋ ਹੋਣਾ ਸ਼ੁਰੂ ਹੋ ਜਾਂਦਾ ਹੈ। ਨਾਓ ਇਸ ਪੁਆਇੰਟ ਨੂੰ ਬੜੇ ਧਿਆਨ ਨਾਲ ਦੇਖੋ। ਇੱਥੇ ਕੀ ਪਤਾ ਲੱਗਾ ਕਿ ਕਰੰਟ ਜਿਹੜਾ ਹੈ ਬੈਟਰੀ ਦੇ ਪੋਜ਼ਿਟਿਵ ਟਰਮੀਨਲ ਚੋਂ ਬਾਹਰ ਨੂੰ ਆ ਰਿਹਾ ਹੈ। ਇਹਦਾ ਮਤਲਬ ਬੈਟਰੀ ਆਪ ਕੰਮ ਕਰ ਰਹੀ ਹੈ। ਇੱਥੇ ਬੈਟਰੀ ਦੀ ਡਿਸਚਾਰਜਿੰਗ ਹੋਏਗੀ। ਜਿਉਂ-ਜਿਉਂ ਬੈਟਰੀ ਕੰਮ ਕਰੇਗੀ ਉਹਦੀ ਜਿਹੜੀ ਹੈ ਉਹਦਾ ਪੋਟੈਂਸ਼ੀਅਲ ਡਿਫਰੈਂਸ ਬਾਅਦ ਚੋਂ ਘਟਦਾ ਜਾਏਗਾ। EMF ਜਿਹੜੀ ਹੈ ਉਹ ਹਮੇਸ਼ਾ ਸੇਮ ਰਹਿੰਦੀ ਹੈ। ਨਾਓ ਇਸ ਤੋਂ ਬਾਅਦ ਜਿਹੜਾ ਹੈ ਨੈਕਸਟ ਜਿਹੜਾ ਸਰਕਟ, ਇਹ ਫਾਰਮੂਲਾ ਮੈਂ ਇੱਥੇ ਲਿਖਣ ਰਹਿਣ ਦੇਣਾ ਹੈ ਕਿਉਂਕਿ ਤੁਹਾਨੂੰ ਪਤਾ ਹੋਏਗਾ ਕਿ ਜਦੋਂ ਬੈਟਰੀ ਆਪ ਕੰਮ ਕਰਦੀ ਹੈ। ਨਾਓ ਜੇ ਮੈਂ ਡਾਇਗਰਾਮ ਹੁਣ ਇਸ ਤਰ੍ਹਾਂ ਦੀ ਡਾਇਗਰਾਮ ਬਣਾਉਣਾ ਹੈ, ਨੋਟ ਕਰੋ ਇਹਦੇ ਵਿੱਚ ਤੇ ਪਹਿਲੀ ਡਾਇਗਰਾਮ ਦੇ ਵਿੱਚ ਕੀ ਫਰਕ ਸੀਗਾ,
ਇਹ ਸਾਡੇ ਕੋਲ EMF ਆ ਸਾਡਾ ਜਿਹੜਾ ਹੈ ਪੁਆਇੰਟ B, ਇਹਦਾ ਪੋਟੈਂਸ਼ੀਅਲ VA, ਇਹਦਾ ਪੋਟੈਂਸ਼ੀਅਲ VB। ਨਾਓ ਵਾਟ ਇਜ਼ ਦ ਡਿਫਰੈਂਸ? ਇੱਥੇ ਕੀ ਹੈ ਕਿ ਕਰੰਟ ਸਾਡਾ ਪੋਜ਼ਿਟਿਵ ਟਰਮੀਨਲ ਦੇ ਅੰਦਰ ਨੂੰ ਜਾ ਰਿਹਾ। ਪਹਿਲਾ ਕਰੰਟ ਪੋਜ਼ਿਟਿਵ ਤੋਂ ਬਾਹਰ, ਕਿਉਂਕਿ ਹਮੇਸ਼ਾ ਕਰੰਟ ਫਲੋ ਕਰਦਾ ਹੈ ਪੋਜ਼ਿਟਿਵ ਟੂ ਨੈਗੇਟਿਵ, ਪਰ ਹੁਣ ਜਿਹੜਾ ਹੈ ਕਰੰਟ ਬੈਟਰੀ ਦੇ ਪੋਜ਼ਿਟਿਵ ਟਰਮੀਨਲ ਦੇ ਅੰਦਰ ਨੂੰ ਆ ਰਿਹਾ। ਇਹਦਾ ਮਤਲਬ ਆ ਹੋਇਆ ਕਿ ਇਹ ਸਿਚੁਏਸ਼ਨ ਕਿਸ ਤਰ੍ਹਾਂ ਦੀ ਹੋਏਗੀ ਕਿ ਸਾਡੇ ਕੋਲ ਮੰਨ ਲਓ ਵੀ ਇੱਕ ਥੱਲੇ ਹੋਰ ਸਾਡੇ ਕੋਲ ਇੱਕ ਬੈਟਰੀ ਹੈ ਜਿਹਦੀ EMF ਇਹਦੇ ਨਾਲੋਂ ਜ਼ਿਆਦਾ ਹੈ। ਇਹਨਾਂ ਦੋਨਾਂ ਦੇ ਮੈਂ ਪੋਜ਼ਿਟਿਵ ਟਰਮੀਨਲ ਦੇਖੋ ਇਕੱਠੇ ਜੋੜ ਦਿੱਤੇ, ਆ ਵੀ ਪੋਜ਼ਿਟਿਵ ਤੇ ਆ ਵੀ ਪੋਜ਼ਿਟਿਵ ਇਕੱਠਾ ਕਰ ਦਿੱਤਾ। ਇਹਦੀ ਜਿਹੜੀ EMF ਇਹਦੇ ਨਾਲੋਂ ਜ਼ਿਆਦਾ ਹੈ ਤੇ ਇਹਨੇ ਕੀ ਕਰਨਾ ਸ਼ੁਰੂ ਕਰਤਾ, ਕਰੰਟ ਦੀ ਸਪਲਾਈ ਕਰਤੀ। ਜਿਹੜਾ ਕਰੰਟ ਲੋ EMF ਵਾਲਾ ਜਿਹੜਾ ਬੈਟਰੀ ਹੈ ਜਾਂ ਸੈੱਲ, ਉਹਦੇ ਪੋਜ਼ਿਟਿਵ ਟਰਮੀਨਲ ਦੇ ਅੰਦਰ ਜਾਣਾ ਸ਼ੁਰੂ ਹੋ ਗਿਆ। ਇਹਨੂੰ ਅਸੀਂ ਬੋਲਦੇ ਹਾਂ ਚਾਰਜਿੰਗ ਆਫ ਦੀ ਸੈੱਲ। ਅਸੀਂ ਆਮ ਚਾਰਜਿੰਗ ਕਰਦੇ ਹਾਂ ਘਰ, ਸਾਡੇ ਇਨਵਰਟਰ ਵਾਲੀ ਬੈਟਰੀ ਵੀ ਹੈ, ਸਾਡੇ ਮੋਬਾਈਲ ਚਾਰਜਿੰਗ ਹੁੰਦੀ ਹੈ। ਜਦੋਂ ਵੀ ਅਸੀਂ ਕਿਸੇ ਚੀਜ਼ ਦੀ ਚਾਰਜਿੰਗ ਕਰਦੇ ਹਾਂ, ਮੰਨ ਲਓ ਆ ਸਾਡੀ ਮੋਬਾਈਲ ਦੀ ਬੈਟਰੀ ਹੈ, ਜੇ ਇਹਨੂੰ ਚਾਰਜ ਕਰਨਾ ਹੈ ਤੇ ਇਹ ਸਾਡਾ ਐਕਸਟਰਨਲ ਸੋਰਸ ਹੈ ਜਿਹਦੇ ਨਾਲ ਇਹਨੂੰ ਅਸੀਂ ਜੋੜਾਂਗੇ। ਇਹ ਕੀ ਕਰੰਟ ਪੋਜ਼ਿਟਿਵ ਤੋਂ ਬਾਹਰ ਨਹੀਂ ਆਏਗਾ, ਉਹ ਪੋਜ਼ਿਟਿਵ ਦੇ ਅੰਦਰ ਜਿਹੜਾ ਹੈ ਉਹ ਐਂਟਰ ਕਰੇਗਾ। ਦਿਸ ਇਜ਼ ਦਾ ਰਿਪਰੈਜ਼ੈਂਟੇਸ਼ਨ ਆਫ ਚਾਰਜਿੰਗ ਆਫ ਦੀ ਬੈਟਰੀ। ਇਹਦਾ ਮਤਲਬ ਜਦੋਂ ਕਰੰਟ ਪੋਜ਼ਿਟਿਵ ਦੇ ਅੰਦਰ ਜਾਵੇ ਉਹ ਸਾਡੀ ਜਿਹੜੀ ਹੈ ਸਟੇਟ ਕਿਹੜੀ ਹੁੰਦੀ ਹੈ, ਚਾਰਜਿੰਗ ਵਾਲੀ ਹੈ। ਨਾਓ ਕਰੰਟ ਇਜ਼ ਫਲੋਇੰਗ ਲਾਈਕ ਦਿਸ, ਮੰਨ ਲਓ ਇਧਰ ਨੂੰ ਕਰੰਟ ਜਾ ਰਿਹਾ। ਨਾਓ ਪਿਛਲੇ ਅਕੋਰਡਿੰਗ ਅਸੀਂ ਇਕੁਏਸ਼ਨ ਨੂੰ ਡਿਸਕਸ ਕਰੀਏ। ਜੇ ਕਰੰਟ ਸਾਡਾ ਇਧਰ ਨੂੰ ਜਾ ਰਿਹਾ, ਇਹਦਾ ਮਤਲਬ ਹਾਈ ਟੂ ਲੋ ਪੋਟੈਂਸ਼ੀਅਲ ਵਾਲੇ ਪਾਸੇ ਜਾ ਰਿਹਾ। ਇਹਨੂੰ ਲੈ ਕੇ ਚੱਲਦੇ ਹਾਂ। ਨਾਓ ਵਾਟ ਵਿਲ ਬੀ ਪੋਟੈਂਸ਼ੀਅਲ ਆਫ A? ਇਹ ਆ ਗਿਆ VA। ਜਦੋਂ ਅਸੀਂ ਇੱਥੇ ਆਏ, ਕਰੰਟ ਜਾ ਰਿਹਾ ਪੋਜ਼ਿਟਿਵ ਟੂ ਨੈਗੇਟਿਵ, ਇਹਦਾ ਮਤਲਬ ਹੈ ਹਾਈ ਟੂ ਲੋ। ਇੱਥੇ ਹਾਈ ਟੂ ਲੋ ਦਾ ਮਤਲਬ ਸਾਡੇ ਕੋਲ -E। ਜਿਹੜੀ ਪਿੱਛੇ ਵਾਲੀ ਡਾਇਗਰਾਮ ਸੀ ਉਹਦੇ ਵਿੱਚ ਧਿਆਨ ਨਾਲ ਦੇਖੋ, ਕਰੰਟ ਇਸ ਡਾਇਰੈਕਸ਼ਨ 'ਚ ਸੀ, ਉਲਟ। ਤੇ ਜਦੋਂ ਅਸੀਂ ਕਰੰਟ ਦੀ ਡਾਇਰੈਕਸ਼ਨ 'ਚ ਆਏ ਸੀ ਤੇ ਨੈਗੇਟਿਵ ਟੂ ਪੋਜ਼ਿਟਿਵ, ਨੈਗੇਟਿਵ ਟੂ ਪੋਜ਼ਿਟਿਵ ਦਾ ਮਤਲਬ ਲੋ ਟੂ ਹਾਈ, ਉੱਥੇ ਅਸੀਂ ਪਲੱਸ ਪਾਇਆ ਸੀ। ਇੱਥੇ ਪਿਛਲੀ ਜਿਹੜੀ ਮੈਂ ਰੱਬ ਕਰਤੀ ਡਾਇਗਰਾਮ, ਉੱਥੇ ਇੱਥੇ ਪਲੱਸ ਆਇਆ ਸੀ। ਕਿਉਂ? ਅਸੀਂ ਨੈਗੇਟਿਵ ਟੂ ਪੋਜ਼ਿਟਿਵ ਵੱਲ ਜਾ ਰਹੇ ਹਾਂ, ਲੋ ਟੂ ਹਾਈ, ਹਾਈ ਵੱਲ ਜਾ ਰਹੇ ਹਾਂ ਤਦੇ ਪਲੱਸ। ਪਰ ਅੱਜ ਜਿਹੜੀ ਹੁਣ ਡਾਇਗਰਾਮ ਸਟੱਡੀ ਕਰ ਰਹੇ ਹਾਂ ਅਸੀਂ, ਪੋਜ਼ਿਟਿਵ ਟੂ ਨੈਗੇਟਿਵ ਹੈ, ਇਹਦਾ ਮਤਲਬ ਸਾਡੇ ਕੋਲ ਆਏਗਾ ਮਾਈਨਸ। ਨਾਓ ਅੱਗੇ ਚਲਾਂਗੇ ਹੋਰ ਮਾਈਨਸ, ਆ ਵੀ ਪੋਟੈਂਸ਼ੀਅਲ ਜਿਹੜਾ ਹੈ ਇੱਥੋਂ ਮਾਈਨਸ ਹੋ ਜਾਏਗਾ ਐਂਡ ਦੈਨ ਵੀ ਵਿਲ ਗੈਟ ਇਕੁਅਲ ਟੂ VB। ਇਹ ਸਾਡੇ ਕੋਲ ਜਿਹੜੀ ਹੈ ਮੇਨ ਇਸ ਸਰਕਟ ਦੀ ਇਕੁਏਸ਼ਨ ਬਣ ਗਈ। ਇਸ ਤਰ੍ਹਾਂ ਸਾਨੂੰ ਜਿਹੜੀ ਹੈ ਇਕੁਏਸ਼ਨ ਬਣਾਣੀ ਆਣੀ ਚਾਹੀਦੀ ਹੈ। ਨਾਓ VA ਇਹਨੂੰ ਉਧਰ ਲੈ ਆਓ, -VB इज इक्वल टू माइनस वाली टर्म उधर गई, E माइनस वाला उधर जाके साढ़े को आ गया IR। Now what is VA minus VB? It is the potential difference between two points। ਇਹ ਦੋ ਪੁਆਇੰਟਾਂ ਦੇ ਵਿੱਚ ਸਾਡਾ ਜਿਹੜਾ ਹੈ ਪੋਟੈਂਸ਼ੀਅਲ ਡਿਫਰੈਂਸ ਹੈ। ਇਹਨੂੰ ਅਸੀਂ ਲਿਖ ਦਿੰਨੇ ਆ V ਇਕੁਅਲ ਟੂ ਸਾਡੇ ਕੋਲ ਆ ਗਿਆ E ਪਲੱਸ IR। ਨਾਓ ਇਹ ਦੋਨੋਂ ਫਾਰਮੂਲਿਆਂ ਨੂੰ ਜਿਹੜਾ ਧਿਆਨ ਨਾਲ ਦੇਖੋ, ਸਾਨੂੰ ਕੀ ਕਲੀਅਰ ਹੋਇਆ। ਪਹਿਲੇ ਫਾਰਮੂਲੇ ਦੇ ਵਿੱਚ ਸਾਡੇ ਕੋਲ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਹੈ ਘੱਟ ਹੈਗਾ EMF ਨਾਲੋਂ। EMF ਵਿੱਚੋਂ ਇੰਨਾ ਮਾਈਨਸ ਕਰੋਗੇ ਤੇ V ਆਏਗਾ। ਪਰ ਦੂਸਰੇ ਕੇਸ ਵਿੱਚ ਕੀ ਹੈਗਾ ਸਾਡੇ ਕੋਲ, EMF ਵਿੱਚ IR ਨੂੰ ਪਲੱਸ ਕਰੋਗੇ ਤਾਂ ਸਾਡਾ ਜਿਹੜਾ ਹੈ ਪੋਟੈਂਸ਼ੀਅਲ ਡਿਫਰੈਂਸ ਆਏਗਾ। It means potential difference between two points may be less than the EMF। EMF ਨਾਲੋਂ ਘੱਟ ਵੀ ਹੋ ਸਕਦਾ ਹੈ। ਕਦੋਂ ਹੋ ਸਕਦਾ ਹੈ? ਜਦੋਂ ਸੈੱਲ ਆਪ ਕੰਮ ਕਰਦਾ ਹੈ, ਜਦੋਂ ਸੈੱਲ ਦੀ ਡਿਸਚਾਰਜਿੰਗ ਹੁੰਦੀ ਹੈ, ਜਦੋਂ ਸੈੱਲ ਆਪ ਕਰੰਟ ਜਿਹੜਾ ਹੈ ਸਪਲਾਈ ਕਰਦਾ ਹੈ ਪੋਜ਼ਿਟਿਵ ਟੂ ਨੈਗੇਟਿਵ, ਉਦੋਂ ਪੋਟੈਂਸ਼ੀਅਲ ਡਿਫਰੈਂਸ EMF ਨਾਲੋਂ ਘੱਟ ਜਾਂਦਾ ਹੈ। ਬਟ ਇਹ ਇਕੁਏਸ਼ਨ ਕਦੋਂ ਦੀ ਹੈ? ਜਦੋਂ ਅਸੀਂ ਸੈੱਲ ਦੀ ਜਿਹੜੀ ਹੈ ਚਾਰਜਿੰਗ ਕੀਤੀ ਸੀ, ਜਦੋਂ ਕਰੰਟ ਪੋਜ਼ਿਟਿਵ ਟਰਮੀਨਲ ਦੇ ਅੰਦਰ ਐਂਟਰ ਕੀਤਾ,
ਉਦੋਂ ਸਾਡੇ ਕੋਲ ਪੋਟੈਂਸ਼ੀਅਲ ਡਿਫਰੈਂਸ ਜਿਹੜੀ ਹੈ ਉਹ EMF ਨਾਲੋਂ ਜਿਹੜੀ IR ਜਿਹੜੀ ਹੈ ਉਹ ਜ਼ਿਆਦਾ ਹੋਏਗੀ। It means potential difference can be greater than, yes, it can be greater than EMF during charging. Can potential difference is less than EMF? Yes, during discharging. ਇਹ ਦੋ ਫਾਰਮੂਲੇ ਜਿਹੜੇ ਆ ਤੁਸੀਂ ਆਪਣੇ ਮਾਈਂਡ ਵਿੱਚ ਜਿਹੜਾ ਇਹਨੂੰ ਯਾਦ ਰੱਖਣਾ। ਨਾਓ ਇਸ ਫਾਰਮੂਲੇ ਤੋਂ ਅਸੀਂ ਜਿਹੜਾ ਹੈ ਧਿਆਨ ਨਾਲ ਦੇਖਦੇ ਹਾਂ V is equal to I minus E minus IR। मान लो साढ़े कोल I 0 है, सपोज I साढ़े कोल 0 है, कहने का मतलब कि सर्किट विच करंट फ्लो नहीं कर रहा। ते जे करंट फ्लो नहीं कर रहा ਇਹਦਾ मतलब साडा जिहड़ा सर्किट है ਉਹ ओपन होएगा। ਤੇ ਜਦੋਂ सर्किट ओपन है I 0 ਭਰਾਂਗੇ ਤੇ ਸਾਡੇ ਕੋਲ V ਜਿਹੜਾ ਹੈ E ਦੇ ਇਕੁਅਲ ਆਏਗਾ। ਇੱਥੇ 0 ਭਰਨ ਦੇ ਨਾਲ ਸਾਰਾ 0 ਹੋ ਗਿਆ। V equal to E। It means can potential difference and EMF be equal? ਕੀ ਇਹ ਦੋਨੋਂ ਇਕੁਅਲ ਹੋ ਸਕਦੇ ਨੇ? Yes, both can be equal provided, but मगर शर्त की है सर्किट जिहड़ा है साडा ओपन होना चाहिए है। सर्किट दे विचों बिल्कुल भी करंट फ्लो नहीं होना चाहिए। तदे मैं जिहड़ी स्टार्टिंग दे डेफिनेशन बोली सी लैक्चर जदों आपां शुरू कीता सी कि EMF is equal to the potential difference between the two terminal of the cell when no current is flowing through it। ਜਦੋਂ ਬਿਲਕੁਲ ਵੀ ਕਰੰਟ ਫਲੋ ਨਹੀਂ ਕਰ ਰਿਹਾ ਉਦੋਂ ਅਸੀਂ ਜਿਹੜਾ ਬੋਲਦੇ ਹਾਂ that will be your EMF। ਪਰ ਜੇ ਵਿੱਚ ਕਰੰਟ ਫਲੋ ਕਰਦਾ ਫਿਰ ਸਾਡੇ ਕੋਲ ਜਿਹੜਾ ਹੈ ਪੋਟੈਂਸ਼ੀਅਲ ਡਿਫਰੈਂਸ EMF ਨਾਲੋਂ ਘਟ ਜਾਏਗੀ। ਇਹਨੂੰ ਕੀ ਬੋਲਦੇ ਆ IR ਨੂੰ? that IR is called potential drop। ਇਸ ਨੂੰ ਜਿਹੜਾ ਹੈ ਅਸੀਂ ਬੋਲਦੇ ਹਾਂ potential drop। ਹਾਂਜੀ, ਕਿੱਥੇ potential drop ਹੋਇਆ? across the internal resistance of the cell। now ਇਹ ਪੁਆਇੰਟ ਵੀ ਤੁਹਾਨੂੰ ਜਿਹੜਾ ਹੈ ਉਹ ਕਲੀਅਰ ਹੋ ਗਿਆ। now the main difference ਜਿਹੜਾ ਜੇ ਤੁਹਾਨੂੰ ਪੁੱਛ ਲਵੇ ਕਿ EMF ਤੇ potential difference ਵਿੱਚ ਕੋਈ 3-4 difference ਲਿਖੋ, ਉਹਦੇ ਬਾਰੇ ਤੁਸੀਂ ਕੀ ਕਰਨਾ ਹੈ? ਪਹਿਲਾਂ ਇੱਕ ਸਾਈਡ ਤੇ ਤੁਸੀਂ EMF ਲਿਖ ਲੈਣਾ ਹੈ ਤੇ ਸੈਂਟਰ ਵਿੱਚ ਲਾਈਨ ਮਾਰ ਕੇ ਇੱਕ ਸਾਈਡ ਤੇ ਤੁਸੀਂ ਜਿਹੜਾ ਹੈ ਪੋਟੈਂਸ਼ੀਅਲ ਡਿਫਰੈਂਸ ਲਿਖ ਦੇਣਾ। ਸਭ ਨਾਲੋਂ ਪਹਿਲਾਂ ਦੋਨਾਂ ਦੀ ਜਿਹੜੀ ਹੈ ਡੈਫੀਨੇਸ਼ਨ ਲਿਖਾਂਗੇ। EMF is the maximum potential difference between the two terminal when the circuit is open। ਜਦੋਂ ਕਰੰਟ ਫਲੋ ਨਹੀਂ ਕਰਦਾ ਉਹ ਇੱਕ ਸਾਈਡ ਤੇ ਆ ਗਈ। ਦੂਜੇ ਸਾਈਡ ਤੇ when the circuit is closed then the difference of potential between any two points is our potential difference। ਜਦੋਂ ਸਰਕਟ ਕਲੋਜ਼ ਉਦੋਂ ਜਿਹੜਾ ਪੋਟੈਂਸ਼ੀਅਲ ਦਾ ਡਿਫਰੈਂਸ ਹੈ, ਠੀਕ ਹੈ, ਉਹ ਪੋਟੈਂਸ਼ੀਅਲ ਡਿਫਰੈਂਸ। ਤੇ ਜਦੋਂ ਸਰਕਟ ਓਪਨ ਹੈ ਤਾਂ ਪੋਟੈਂਸ਼ੀਅਲ ਡਿਫਰੈਂਸ ਦੀ ਵੈਲਿਊ ਨੂੰ ਅਸੀਂ ਬੋਲਦੇ ਹਾਂ EMF। ਦੂਸਰਾ ਜਿਹੜਾ ਮੇਨ ਡਿਫਰੈਂਸ ਹੈ, ਮੰਨ ਲਓ ਵੀ ਆ ਸਾਡਾ ਜਿਹੜਾ ਸਰਕਟ ਅਸੀਂ ਦੁਬਾਰਾ ਬਣਾ ਦਿੰਨੇ ਆ। ਇੱਥੇ ਅਸੀਂ ਵੋਲਟਮੀਟਰ ਲਗਾਇਆ ਸੀ, ਇੱਥੇ ਮੈਂ ਰੈਜ਼ਿਸਟੈਂਸ ਲਗਾਇਆ, ਇੱਥੋਂ ਸਰਕਟ ਜਿਹੜਾ ਹੈ ਓਪਨ ਹੈ। ਨਾਓ ਹੁਣ ਮੈਨੂੰ ਆ ਦੱਸੋ ਕਿ ਪਹਿਲਾਂ ਸਰਕਟ ਵਿੱਚ ਅਸੀਂ ਕੀ ਕਰੰਟ ਫਲੋ ਕਰਾਈਏ? ਇਹ ਸਾਡੀ ਕੀ ਹੈਗੀ ਹੈ? ਕੀ ਸਰਕਟ ਵਿੱਚ ਕਰੰਟ ਫਲੋ ਕਰੇਗਾ? ਨਹੀਂ ਕਰੇਗਾ। ਕਿਉਂ ਨਹੀਂ ਕਰੇਗਾ? ਕਿਉਂਕਿ ਜਿਹੜਾ ਸਰਕਟ ਹੈਗਾ ਸਾਡਾ ਓਪਨ ਹੈ। ਤੇ ਜਦੋਂ ਸਰਕਟ ਓਪਨ ਹੈ ਇਹਦਾ ਮਤਲਬ ਹੈ ਜੇ ਕਰੰਟ ਫਲੋ ਹੀ ਨਹੀਂ ਕਰੇਗਾ ਕਿ ਇੱਥੇ ਕੋਈ ਪੋਟੈਂਸ਼ੀਅਲ ਵੇਸਟ ਹੋਏਗਾ ਕਿਉਂਕਿ ਕਰੰਟ ਹੀ ਨਹੀਂ ਆ ਰਿਹਾ। ਇੱਥੇ ਕੋਈ ਪੋਟੈਂਸ਼ੀਅਲ ਡਿਵੈਲਪ ਹੋਏਗਾ। ਪੋਟੈਂਸ਼ੀਅਲ ਡਿਵੈਲਪ ਦਾ ਫਾਰਮੂਲਾ IR ਹੁੰਦਾ ਹੈ। ਕਿ ਇੱਥੇ ਕੋਈ ਪੋਟੈਂਸ਼ੀਅਲ ਡਿਵੈਲਪ ਹੋਏਗਾ? ਇੱਥੇ ਕੋਈ ਪੋਟੈਂਸ਼ੀਅਲ ਡਿਵੈਲਪ ਨਹੀਂ ਹੋਇਆ। ਜੇ ਇਹ ਅਸੀਂ ਲਗਾਇਆ ਮੰਨ ਲਓ 10 ਓਮ, ਜੇ ਸਰਕਟ ਚੱਲਦਾ ਹੀ ਨਹੀਂ ਪਿਆ ਇਹਦਾ ਕੋਈ ਮਤਲਬ ਹੀ ਨਹੀਂ। ਭਾਵੇਂ ਇੱਥੇ 10 ਓਮ ਲਗਾ ਲਓ, ਭਾਵੇਂ ਇੱਥੇ ਤੁਸੀਂ ਜਿਹੜਾ ਹੈ 1000 ਜਿਹੜਾ ਓਮ ਲਗਾ ਲਓ, ਇਸ ਰੈਜ਼ਿਸਟੈਂਸ ਦਾ ਕੋਈ ਮਤਲਬ ਨਹੀਂ ਕਿਉਂਕਿ ਸਰਕਟ ਹੀ ਸਾਡਾ ਓਪਨ ਹੈ। ਇਹਨੂੰ ਭਾਵੇਂ ਇਥੋਂ ਉਤਾਰ ਵੀ ਦਿਓ ਕੋਈ ਮਤਲਬ ਨਹੀਂ। ਇਹਦਾ ਮਤਲਬ ਜਦੋਂ ਸਰਕਟ ਓਪਨ ਹੈ ਤੇ ਸਾਡੇ ਕੋਲ ਇਹਦੀ ਰੀਡਿੰਗ ਜਿਹੜੀ ਆਏਗੀ ਉਹ EMF ਆਏਗੀ ਤੇ EMF ਜਿਹੜੀ ਹੈ
ਐਕਸਟਰਨਲ ਰੈਜ਼ਿਸਟੈਂਸ ਦੇ ਉੱਤੇ ਡਿਪੈਂਡ ਨਹੀਂ ਕਰਦੀ। ਇਟ ਇਜ਼ ਇੰਡੀਪੈਂਡੈਂਟ ਟੂ ਦਾ ਐਕਸਟਰਨਲ ਰੈਜ਼ਿਸਟੈਂਸ। ਕਿਉਂ? ਸਰਕਟ ਹੀ ਸਾਡਾ ਓਪਨ ਹੈ, ਇਹਦੇ ਉੱਤੇ ਇਹਨੇ ਡਿਪੈਂਡ ਨਹੀਂ ਕਰਨਾ। ਨਾਓ ਦੂਜੇ ਪਾਸੇ ਆ ਗਿਆ ਪੋਟੈਂਸ਼ੀਅਲ ਡਿਫਰੈਂਸ। ਤੇ ਜਦੋਂ ਸਰਕਟ ਨੂੰ ਕਲੋਜ਼ ਕਰੋਗੇ ਕਰੰਟ ਫਲੋ ਕਰੇਗਾ, ਤੇ ਜਦੋਂ ਕਰੰਟ ਫਲੋ ਕਰੇਗਾ ਤੇ ਇੱਥੇ ਜਿਹੜਾ ਹੈ ਪੋਟੈਂਸ਼ੀਅਲ ਡਿਵੈਲਪ ਹੋਏਗਾ। ਤੇ ਪੋਟੈਂਸ਼ੀਅਲ ਡਿਵੈਲਪ ਡਿਪੈਂਡ ਕਰਦਾ ਹੈ ਰੈਜ਼ਿਸਟੈਂਸ ਦੀ ਵੈਲਿਊ ਤੇ। ਇਹਦਾ ਮਤਲਬ ਪੋਟੈਂਸ਼ੀਅਲ ਡਿਫਰੈਂਸ ਬਿਟਵੀਨ ਦਾ 2 ਪੁਆਇੰਟਸ depend upon the resistance of the circuit। ਉਹ resistance ਤੇ ਡਿਪੈਂਡ ਕਰਦਾ ਹੈ। EMF ਸਾਡੀ ਜਿਹੜੀ ਹੈ ਉਹ resistance ਦੇ ਉੱਤੇ ਡਿਪੈਂਡ ਨਹੀਂ ਕਰਦੀ। ਇਹ ਸਾਡਾ ਜਿਹੜਾ ਹੈ ਦੂਸਰਾ ਸਾਡੇ ਕੋਲ ਡਿਫਰੈਂਸ ਆ ਗਿਆ। ਇਸ ਤੋਂ ਬਾਅਦ ਸਾਡੇ ਕੋਲ ਤੀਸਰਾ ਜਿਹੜਾ ਹੈ ਡਿਫਰੈਂਸ ਕੀ ਹੈ? ਜਿਹੜੀ ਸਾਡੀ EMF ਹੈ it is used for the source। ਇਹਨੂੰ ਅਸੀਂ source of current ਵਾਸਤੇ ਇਹਨੂੰ ਆਪਾਂ use ਕਰਦੇ ਹਾਂ। ਤੇ ਦੂਜੇ ਪਾਸੇ ਅਸੀਂ ਗੱਲ ਕਰਦੇ ਹਾਂ ਸਾਡੇ ਕੋਲ ਪੋਟੈਂਸ਼ੀਅਲ ਡਿਫਰੈਂਸ। ਇਟ ਇਜ਼ ਮੈਜ਼ਰਡ ਬਿਟਵੀਨ 2 ਪੁਆਇੰਟਸ। ਇਹ ਦੋ ਪੁਆਇੰਟਾਂ ਦੇ ਵਿੱਚ ਇਹਨੂੰ ਅਸੀਂ ਮੈਜ਼ਰ ਕਰਾਂਗੇ, ਇਹਨੂੰ ਮੇਜ਼ਰ ਕੀਤਾ ਜਾਂਦਾ ਹੈ। EMF ਸਾਡਾ ਸੋਰਸ ਵਾਸਤੇ ਤੇ ਪੋਟੈਂਸ਼ੀਅਲ ਡਿਫਰੈਂਸ ਸਾਡਾ ਜਿਹੜਾ ਹੈ ਕਾਜ਼ ਹੋ ਗਿਆ। ਅੱਗੇ ਜੋ ਪੋਟੈਂਸ਼ੀਅਲ ਡਿਫਰੈਂਸ ਕ੍ਰੀਏਟ ਹੋ ਗਿਆ ਉਹ ਕਾਜ਼। EMF ਇਜ਼ ਯੂਜ਼ਡ ਫॉर ਦਾ ਸੋਰਸ। ਇਹਦੇ ਕਰਕੇ ਗਾਂ ਵੱਖਰੀ ਵੱਖਰੇ ਸਰਕਟ ਦੇ ਪਾਰਟਸ ਵਿੱਚ ਜਿਹੜਾ ਹੈ ਉਹ ਸਾਡਾ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਉਹ ਕ੍ਰੀਏਟ ਹੋ ਜਾਂਦਾ ਹੈ। ਨਾਓ these are the 3 main difference between the EMF and potential difference। ਇੱਕ ਚੌਥਾ ਤੁਸੀਂ ਹੋਰ ਲਿਖ ਸਕਦੇ ਹੋ। EMF ਜਿਹੜੀ ਹੈ ਪੋਟੈਂਸ਼ੀਅਲ ਡਿਫਰੈਂਸ ਤੋਂ ਜਾਂ ਤੇ ਜਿਹੜਾ ਹੈ ਜ਼ਿਆਦਾ ਵੀ ਹੋ ਸਕਦੀ ਹੈ ਜਾਂ ਉਹਦੇ ਇਕੁਅਲ ਵੀ ਹੋ ਸਕਦੀ ਹੈ। ਦੂਜੇ ਪਾਸੇ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਹੈ ਉਹ EMF ਤੋਂ ਘੱਟ ਹੋਏਗਾ ਡਿਊਰਿੰਗ ਚਾਰਜਿੰਗ, ਤੇ ਪੋਟੈਂਸ਼ੀਅਲ ਡਿਫਰੈਂਸ EMF ਤੋਂ ਵੱਧ ਵੀ ਹੋਏਗਾ ਡਿਊਰਿੰਗ ਚਾਰਜਿੰਗ ਆਫ ਦੀ ਸੈੱਲ। ਜਦੋਂ ਚਾਰਜਿੰਗ ਹੋ ਰਹੀ ਹੈ ਬੈਟਰੀ ਦੀ ਉਦੋਂ ਪੋਟੈਂਸ਼ੀਅਲ ਡਿਫਰੈਂਸ ਜ਼ਿਆਦਾ ਹੁੰਦਾ ਹੈ, ਤੇ ਜਦੋਂ ਡਿਸਚਾਰਜਿੰਗ ਹੁੰਦੀ ਹੈ ਉਦੋਂ ਘੱਟ ਹੁੰਦਾ ਹੈ। ਇਹ ਦੋ ਫਾਰਮੂਲੇ ਜਿਹੜੇ ਹਮੇਸ਼ਾ ਯਾਦ ਰੱਖਿਓ। V ਇੱਕ ਆ ਵਾਲਾ ਇਹ ਕਾਹਦੇ ਵਾਸਤੇ? ਡਿਸਚਾਰਜਿੰਗ। ਤੇ ਆਹ ਵਾਲਾ ਜਿਹੜਾ ਫਾਰਮੂਲਾ ਹੈ ਸਾਡੇ ਕੋਲ E plus IR, ਇਹ ਸਾਡੇ ਕੋਲ ਆਏਗਾ ਫॉर ਚਾਰਜਿੰਗ। ਨਾਓ ਇਸ ਤੋਂ ਬਾਅਦ ਸਾਡੇ ਕੋਲ ਇੱਕ ਟੌਪਿਕ ਜਿਹੜਾ ਰਹਿ ਗਿਆ ਸਾਡੇ ਕੋਲ ਸਰਕਟ ਇਕੁਏਸ਼ਨ। ਉਹ ਜਿਹੜਾ ਟੌਪਿਕ ਹੈ ਅਸੀਂ ਉਹ ਨੈਕਸਟ ਲੈਕਚਰ ਦੇ ਵਿੱਚ ਅਸੀਂ ਡਿਸਕਸ ਕਰਾਂਗੇ। ਥੈਂਕ ਯੂ।